सत श्री अकाल। पंजाबी खबरां दे इस बुलेटिन विच तुहाडा स्वागत। मैं हां हिमांशी। पंजाबी खबरां दा आगाज़ करांगे, पर सब तो पहलां एक नज़र हुण तक दीआं हैडलाइनस ते। हरियाणा गुरुद्वारा कमेटी नूं मिलिया नवां प्रधान भुपिंदर सिंह असंध नूं बनाया गया प्रधान। रमनीक सिंह मान नूं जनरल सकत्तर दी सौंपी गई जिम्मेवारी। अमरीका की टीम डैलस काउबॉयज ने वर्दी ते छापी हरि सिंह नलवा की तस्वीर। दुनिया के महान योद्धे सन जरनैल सरदार हरि सिंह नलवा। टीम कर रही है माण महसूस। हरियाणा कमेटी दे चल रहे मौजूदा हालातां ते अते कमेटी लई हिंदी दे विच जारी होए परफॉर्मे ते SGPC प्रधान हरजिंदर सिंह धामी ने की चिंता जाहिर। दस्सिया मौजूदा सरकारां नूं जिम्मेवार। ਹੁਣ ਖਬਰਾਂ ਵਿਸਥਾਰ ਨਾਲ। ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੂੰ ਨਵਾਂ ਪ੍ਰਧਾਨ ਅਤੇ ਜਨਰਲ ਸਕੱਤਰ ਮਿਲ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮਹੰਤ ਕਰਮਜੀਤ ਸਿੰਘ ਵੱਲੋਂ ਪ੍ਰਧਾਨਗੀ ਅਤੇ ਗੁਰਵਿੰਦਰ ਧਮੀਜਾ ਵੱਲੋਂ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ, ਜਿਸ ਮਗਰੋਂ ਇਹ ਦੋਵੇਂ ਅਹੁਦੇ ਖਾਲੀ ਹੋ ਗਏ ਸਨ। ਹੁਣ ਹਰਿਆਣਾ ਸਰਕਾਰ ਵੱਲੋਂ ਦੋਨੋਂ ਅਹੁਦਿਆਂ ਤੇ ਨਿਯੁਕਤੀ ਕੀਤੀ ਗਈ ਹੈ। हरियाणा सरकार दे वल्लों हुक्म जारी किए गए हैं कि भुपिंदर सिंह असंध नूं प्रधान दा अते रमनीक सिंह मान नूं जनरल सकत्तर दा वाधू चार्ज सौंपिया गया है। इस संबंधी हरियाणा सरकार दे मुख सकत्तर वल्लों जारी पत्र विच लिखा गया है कि हरियाणा सिख गुरुद्वारा प्रबंधक कमेटी दे प्रधान बाबा करमजीत सिंह अते जनरल सकत्तर गुरविंदर सिंह धमीजा वल्लों अस्तीफा दे दिता गया है। इस दे मद्देनज़र कमेटी दे सीनियर वाइस प्रेजिडेंट ਭੁਪਿੰਦਰ ਸਿੰਘ ਨੂੰ ਕਮੇਟੀ ਦੇ ਪ੍ਰਧਾਨ ਅਤੇ ਐਗਜ਼ੀਕਿਊਟਿਵ ਮੈਂਬਰ ਰਮਨੀਕ ਸਿੰਘ ਮਾਨ ਨੂੰ ਜਨਰਲ ਸਕੱਤਰ ਦਾ ਵਾਧੂ ਚਾਰਜ ਸੌਂਪਿਆ ਜਾਂਦਾ ਹੈ। ਤੇ ਉਧਰ ਇੱਕ ਸਮਾਗਮ ਦੌਰਾਨ ਹੁਸ਼ਿਆਰਪੁਰ ਪੁੱਜੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਿੱਥੇ ਵੱਖੋ ਵੱਖਰੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਉਹਨਾਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਕੁਝ ਤਾਕਤਾਂ ਦੇ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਹਰਿਆਣਾ ਕਮੇਟੀ ਦੇ ਚੱਲ ਰਹੇ ਮੌਜੂਦਾ ਹਾਲਾਤਾਂ ਤੇ ਅਤੇ ਕਮੇਟੀ ਲਈ ਹਿੰਦੀ ਦੇ ਵਿੱਚ ਜਾਰੀ ਹੋਏ ਪਰਫਾਰਮੇ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕਦੇ ਹਰਿਆਣਾ ਪੰਜਾਬ ਦਾ ਹੁੰਦਾ ਸੀ, ਪਰ ਅੱਜ ਹਰਿਆਣਾ 'ਚ ਪੰਜਾਬੀ ਦੂਜੀ ਭਾਸ਼ਾ ਬਣ ਕੇ ਰਹਿ ਗਈ ਹੈ ਤੇ ਇਸ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਮੌਜੂਦਾ ਸਰਕਾਰਾਂ ਹਨ। ਤੇ ਇਹ ਸਰਕਾਰਾਂ ਨੂੰ ਅਸੀਂ ਕੋਸਦੇ ਹਾਂ, ਜਿਲੇ ਕੋਸਦੇ ਹਾਂ ਕਹਿੰਦੇ ਵਿਰੋਧ ਕਰਦੇ। ਹੁਣ ਹਰਿਆਣਾ ਸਾਡਾ ਪੰਜਾਬ ਦਾ ਹਿੱਸਾ ਰਿਹਾ, ਉੱਥੇ ਸੈਕੰਡ ਲੈਂਗੁਏਜ ਜਿਹੜੀ ਪੰਜਾਬੀ ਆ। ਅਸੀਂ ਪਿੱਛੇ ਉੱਥੇ ਹਰਿਆਣੇ 'ਚ ਕੁਰੂਕਸ਼ੇਤਰ ਗਏ ਵੀ ਸੀ, ਉਹ ਕਹਿੰਦੇ ਜੀ ਸਾਡੇ ਜਿਹੜੇ ਪਟਵਾਰੀ ਆ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ। ਤੇ ਮੈਂ ਉੱਥੋਂ ਦੀ ਸਰਕਾਰ ਨੂੰ ਵੀ ਸਵਾਲ ਕਰਦਾ, ਫਿਰ ਇਹ ਪੰਜਾਬੀ ਤੁਸੀਂ ਸਿਰਫ ਪੰਜਾਬੀਆਂ ਦਾ ਇੱਕ ਖੁਸ਼ ਕਰਨ ਲਈ ਲੈਂਗੁਏਜ ਸੈਕੰਡ ਰੱਖੀ ਆ। ਸਾਡੇ ਪੰਜਾਬ ਦੇ ਵਿੱਚ ਹਿੰਦੀ ਲੈਂਗੁਏਜ ਕਈ ਵਾਰੀ ਹੁੰਦੀ ਆ ਤੇ ਅਸੀਂ ਸਾਰੇ ਉਹਦੇ ਵਿੱਚ ਹੀ ਚੱਲਦੇ ਹਾਂ। ਸੋ ਮੈਂ ਸਮਝਦਾ ਇਹ ਸਰਕਾਰਾਂ ਦੀਆਂ ਵਰਨੀਤਾਂ ਤੇ ਸਰਕਾਰਾਂ ਦੀ ਜਿਹੜੀ ਥੋੜ੍ਹੀ ਸੋਚ ਆ ਉਹਦਾ ਇਹ ਸਿੱਟਾ ਹੈ। ਤੇ ਅਸੀਂ ਤਾਂ ਕੱਲ੍ਹ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਵੀ ਇਹਦੇ ਪਰਫਾਰਮੇ ਪੰਜਾਬੀ 'ਚ ਵੀ ਭੇਜੋ, ਕਿਉਂਕਿ ਇਹ ਪ੍ਰਬੰਧ ਗੁਰਦੁਆਰਾ ਸਾਹਿਬਾਨਾਂ ਦਾ ਆ, ਗੁਰਮਤ ਅਨੁਕੂਲ ਹੋਣਾ ਤੇ ਜਿਹੜਾ ਸਾਰਾ ਕਾਰਜ ਆ ਵੱਧ ਤੋਂ ਵੱਧ ਗੁਰਮੁਖੀ ਦੇ ਵਿੱਚ ਕੀਤਾ ਜਾਵੇ। ਤੇ ਉਧਰ ਸੁਖਵੀਰ ਬਾਦਲ ਵੱਲੋਂ ਇੰਡੀਆ ਬਨਾਮ ਭਾਰਤ ਨਾਮ ਦੇ ਮਸਲੇ ਉੱਤੇ ਆਪਣਾ ਪੱਖ ਰੱਖਿਆ ਗਿਆ ਹੈ। ਸੁਖਵੀਰ ਨੇ ਕਿਹਾ ਹੈ ਕਿ ਮੁਲਕ ਦਾ ਨਾਮ ਰੌਸ਼ਨ ਨਾਮ ਬਦਲਣ ਨਾਲ ਨਹੀਂ ਸਗੋਂ ਕੰਮ ਨਾਲ ਹੋਵੇਗਾ। ਇਸ ਤੋਂ ਇਲਾਵਾ ਸੁਖਵੀਰ ਬਾਦਲ ਨੇ ਭਾਜਪਾ ਨੂੰ ਇੱਕ ਪ੍ਰੋਸੀਜਰ ਵੀ ਦੱਸਿਆ ਜਿਸ ਰਾਹੀਂ ਨਾਮ ਨੂੰ ਬਦਲਿਆ ਜਾ ਸਕਦਾ ਹੈ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਜਦੋਂ ਦੇਸ਼ ਵਿੱਚ G20 ਸੰਮੇਲਨ ਹੋਏ, ਜਦੋਂ ਦੁਨੀਆ ਦੇ ਲੀਡਰ ਇੱਥੇ ਆਪਣੇ ਦੇਸ਼ 'ਚ ਹੋਣ, ਤੁਸੀਂ ਸਡਨਲੀ ਕਹੋ ਜੀ ਆਪਣਾ ਦੇਸ਼ ਨਾ ਆ ਨਹੀਂ ਤੇ ਆ। ਪਹਿਲੀ ਗੱਲ ਹੈ ਕਿ ਨਾਂ ਚੇਂਜ ਕਰਨ ਦਾ ਇੱਕ ਪ੍ਰੋਸੀਜਰ ਹੈ। ਤੁਸੀਂ ਐ ਨਹੀਂ ਹੈ ਕਿ ਅੱਜ ਜੀ ਕਰੇ ਮੈਂ ਇਹਦਾ ਨਾਂ ਲਿਖਦਾ, ਮੈਂ ਇਹਦਾ ਨਾਂ ਲਿਖਦਾ। ਇੱਕ ਜਿਵੇਂ ਕੋਈ ਪਿੰਡ ਦਾ ਨਾਂ ਚੇਂਜ ਕਰਨਾ ਹੋਏ, ਪਿੰਡ ਦੀ ਰੈਜ਼ੋਲੂਸ਼ਨ ਹੁੰਦੀ ਹੈ, ਫਿਰ DC ਅਪਰੂਵ ਕਰਦਾ ਹੈ, ਫਿਰ ਕੈਬਨਿਟ ਅਪਰੂਵ ਕਰਦੀ ਹੈ ਸਟੇਟ ਦੀ, ਫਿਰ ਅਸੈਂਬਲੀ ਅਪਰੂਵ ਕਰਦੀ ਹੈ ਸਟੇਟ ਦੀ। ਉਹਦੇ ਬਾਅਦ ਫਿਰ ਉੱਥੇ ਜਾਂਦਾ ਹੋਮ ਮਿਨਿਸਟਰੀ ਕੋਲੇ ਤੇ ਉੱਥੇ ਕਈ ਡਿਪਾਰਟਮੈਂਟ ਜਾਂਦਾ, ਕਿਉਂਕਿ ਫਿਰ ਸਾਰੇ ਨਕਸ਼ਿਆਂ ਸਾਰਿਆਂ ਚੇਂਜ ਹੁੰਦੇ ਆ। ਐ ਨਹੀਂ ਹੈ ਕਿ ਮੈਂ ਅੱਜ ਕਹੂੰਗਾ ਅੱਜ ਇੰਡੀਆ ਨਹੀਂ, ਅੱਜ ਭਾਰਤ ਨਹੀਂ, ਅੱਜ ਕੋਈ ਹੋਰ ਹੈ। ਆ ਇੱਕ ਪੋਲੀਟੀਕਲ ਸਟੰਟ ਹੋਣਾ ਕਰ ਰਿਹਾ ਹੈ। ਇਸ ਕਰਕੇ ਇਹ ਜਿਹੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਜਦੋਂ ਆਪਣਾ ਦੁਨੀਆ ਦੇ ਸਾਰੇ ਲੀਡਰ ਇੱਥੇ ਆਏ ਹੈ, ਤੁਸੀਂ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਕਰ ਰਹੇ ਹੋ।
ਸੋ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਆਪਣਾ ਫੋਕਸ ਪਰਫਾਰਮੈਂਸ ਤੇ ਹੋਣਾ ਚਾਹੀਦਾ, ਡਿਵੈਲਪਮੈਂਟ ਤੇ ਹੋਣਾ ਚਾਹੀਦਾ। ਤੇ ਮੈਂ ਸਾਡੀ ਪਾਰਟੀ ਦੀ ਕਲੀਅਰ ਹੈ, ਸਾਡੇ ਵਾਸਤੇ ਇੰਡੀਆ ਤਾਂ, ਹਿੰਦੁਸਤਾਨ ਤਾਂ ਤਕੜਾ ਹੋਊਗਾ ਨਾਵਾਂ ਨਾਲ ਨਹੀਂ, ਜੇ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਹੋਏ, ਸਾਰੇ ਧਰਮਾਂ ਦੇ ਲੋਕ ਪਿਆਰ ਨਾਲ ਰਹਿਣ, ਸਾਰੇ ਧਰਮਾਂ ਦੇ ਲੋਕ ਸਮਝਣ ਕਿ ਆ ਸਾਡਾ ਦੇਸ਼ ਹੈ। ਆਹ ਸਭ ਤੋਂ ਵੱਡੀ ਅਚੀਵਮੈਂਟ ਕਿਸੇ ਸਰਕਾਰ ਦੀ ਹੋ ਸਕਦੀ ਹੈ। ਇਸ ਕਰਕੇ ਆਹ ਸਰਕਾਰਾਂ ਦਾ ਨਿਸ਼ਾਨਾ ਆ ਹੋਣਾ ਚਾਹੀਦਾ ਹੈ ਕਿ ਸਾਰੇ ਧਰਮਾਂ ਦੀ ਖੁਸ਼ੀਆਂ ਪ੍ਰਾਪਤ ਕਰਨ, ਸਾਰਿਆਂ ਨੂੰ ਇਕੱਠੇ ਰੱਖਣ। ਮੁਲਾਜ਼ਮਾਂ ਦੇ ਇਸ ਵੇਲੇ ਤੇ ਸਟੇਟਾਂ ਨੂੰ ਟਰੂ ਫੈਡਰਲ ਸਟਰਕਚਰ ਰਾਹੀਂ ਪੂਰੀ ਪਾਵਰ ਦਿੱਤੀ ਜਾਏ, ਪਾਵਰ ਖੋਈ ਨਾ ਜਾਏ। ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਣਾਂ ਵਿੱਚ ਜਿੱਥੇ ਵਿਦਿਆਰਥੀਆਂ ਨੇ ਆਮ ਆਦਮੀ ਪਾਰਟੀ ਤੇ ਭਾਜਪਾ ਦੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਅਸਲੀਅਤ ਦਾ ਸ਼ੀਸ਼ਾ ਵਿਖਾਇਆ, ਤਾਂ ਉੱਥੇ ਹੀ ਚੋਣਾਂ ਵਿੱਚ ਮੁੱਖ ਪ੍ਰਧਾਨਗੀ ਦੀ ਚੋਣ ਜਿੱਤਣ ਵਾਲੀ ਕਾਂਗਰਸ ਇਸ ਜਿੱਤ ਨਾਲ ਪੱਬਾਂ ਭਾਰ ਹੋ ਚੁੱਕੀ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਜਿੱਥੇ ਜੇਤੂਆਂ ਨੂੰ ਵਧਾਈ ਦਿੱਤੀ, ਤਾਂ ਉੱਥੇ ਹੀ ਉਹਨਾਂ ਇਹ ਆਸ ਵੀ ਪ੍ਰਗਟ ਕੀਤੀ ਹੈ ਕਿ ਇਸੇ ਤਰ੍ਹਾਂ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਵੀ ਜਿੱਤਾਂਗੇ। ਇਹ ਬਹੁਤ ਹਿਸਟੋਰਿਕ ਵਿਕਟਰੀ ਹੈ, ਬੜੀ ਤਗੜੀ ਜੰਗ ਹੈ। ਇੱਕ ਨੰਬਰ ਤੇ NSUI ਜਿਹੜਾ ਸਟੂਡੈਂਟ ਵਿੰਗ ਹੈ ਕਾਂਗਰਸ ਦਾ ਜਿੱਤਿਆ। 2 ਨੰਬਰ ਦੇ ਉੱਤੇ ਪਿਛਲੇ ਸਾਲ ਦੇ ਜੇਤੂ ਆਪ, ਉਹਨਾਂ ਨੂੰ ਡਿਉੜੇ ਵੋਟਾਂ ਨਾਲ ਹਰਾ ਕੇ ਆਪ ਨੂੰ ਕਾਂਗਰਸ ਜਿੱਤੀ ਹੈ। ਤੀਸਰੇ ਨੰਬਰ ਤੇ ਭਾਜਪਾ ਦਾ ਸਟੂਡੈਂਟ ਵਿੰਗ ABVP ਤੀਸਰੇ ਨੰਬਰ ਤੇ ਆਇਆ ਹੈ। ਜਤਿੰਦਰ ਸਿੰਘ, ਮੈਂ ਤੁਹਾਨੂੰ ਤੇ ਤੁਹਾਡੇ ਸਾਥੀਆਂ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਨਾ। NSUI ਦੇ ਪ੍ਰਧਾਨ ਪੰਜਾਬ ਦੇ, ਆਲ ਇੰਡੀਆ ਦੇ ਪ੍ਰੈਜ਼ੀਡੈਂਟ ਕੁੰਦਨ ਸਾਹਿਬ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ। ਤੇ ਨਾਲ ਹੀ ਕਾਂਗਰਸ ਦੇ ਸਮੁੱਚੇ ਸਾਰੇ ਕਾਡਰ ਨੂੰ ਮੈਂ ਇਹ ਗੱਲ ਕਹਾਂਗਾ, ਜਿਸ ਤਰ੍ਹਾਂ ਪੰਜਾਬੀ ਦਾ ਬੜਾ ਮਸ਼ਹੂਰ ਇੱਕ ਗੀਤ ਹੈ ਕਿ ਚੀਰ ਦਿੰਦੇ ਨੇ ਪਹਾੜ, ਹੁੰਦਾ ਜਿਨ੍ਹਾਂ ਨੂੰ ਜਨੂਨ, ਮੰਜ਼ਿਲਾਂ ਤੋਂ ਦੂਰ ਰਹਿ ਕੇ ਕਿੱਥੇ ਮਿਲਦਾ ਹੈ ਸਕੂਨ। तो ਅਸੀਂ ਜਿੱਤਾਂਗੇ ਜ਼ਰੂਰ। ਮੈਂ ਕਾਂਗਰਸ ਦੇ ਕਾਡਰਸ ਨੂੰ ਕਹਿਣਾ, ਤਗੜੇ ਹੋਵੋ, ਯੂਥ ਕਾਂਗਰਸ ਦੇ ਕਾਡਰਸ ਨੂੰ, ਵੱਡੀ ਕਾਂਗਰਸ ਦੇ ਕਾਡਰਸ ਨੂੰ, ਮਹਿਲਾ ਕਾਂਗਰਸ ਦੇ ਕਾਡਰਸ ਨੂੰ, NSUI ਦੇ ਕਾਡਰਸ ਨੂੰ, ਸਾਡੇ ਇੰਟਕ ਦੇ ਕਾਡਰਸ ਨੂੰ, ਸਾਡੇ ਸੇਵਾ ਦਲ ਨੂੰ, ਸਾਰਿਆਂ ਨੂੰ ਕਿ 24 ਦੀ ਜੰਗ ਅਸੀਂ ਦੇਸ਼ ਵਿੱਚ ਵੀ ਜਿੱਤਣੀ ਹੈ। 24 ਦੀ ਜੰਗ ਜਿਹੜੀ ਹੈ ਪਾਰਲੀਮੈਂਟ ਦੀ, ਅਸੀਂ ਸਾਰੀ ਟੀਮ ਨੇ ਪੰਜਾਬ ਵਿੱਚ ਵੀ ਜਿੱਤਣੀ ਹੈ। ਅਸੀਂ ਫਿਰ ਆਪਣੀ ਕਾਂਗਰਸ ਦਾ ਝੰਡਾ ਜਿਹੜਾ ਅਸੀਂ ਪਾਰਲੀਮੈਂਟ ਦੀਆਂ ਇਲੈਕਸ਼ਨਸ ਜਿੱਤ ਕੇ ਇੱਥੇ ਗੱਡਣਾ। ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੇ ਨੌਜਵਾਨ ਵੀਰਾਂ ਨੂੰ ਤੇ ਸਮੁੱਚੀ ਕਾਂਗਰਸ ਨੂੰ ਇਹ ਲੱਖ ਲੱਖ ਮੁਬਾਰਕ ਪੇਸ਼ ਕਰਾਂਗਾ। ਤੇ ਉਹਨਾਂ ਵੀਰਾਂ ਨੂੰ ਅੱਜ ਇਹ ਬਹੁਤ ਵੱਡਾ ਸੰਦੇਸ਼ ਹੈ ਕਿ ਅਸੀਂ ਇਲੈਕਸ਼ਨਾਂ ਵੀ ਲੜਨੇ ਆ ਤੇ ਇਲੈਕਸ਼ਨਾਂ ਜਿੱਤਣੇ ਵੀ ਆ। ਅਸੀਂ, ਮੈਂ ਸਮਝਦਾ, ਬਹੁਤ ਵੱਡੀ ਅੱਜ ਇਹ ਸਾਡੀ ਹਿਸਟੋਰਿਕ ਵਿਕਟਰੀ ਹੋਈ ਜਲੰਧਰ ਦੀ ਬਾਈ ਇਲੈਕਸ਼ਨਸ ਤੋਂ ਬਾਅਦ। ਇਹ ਸਾਡੇ ਨੌਜਵਾਨ ਵੀਰਾਂ ਨੇ ਅੱਜ ਨੀਂਹ ਰੱਖ ਦਿੱਤੀ ਹੈ 24 ਦੀਆਂ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਵੱਡੀ ਇਤਿਹਾਸਕ ਜਿੱਤ ਦੀ। ਸਾਨੂੰ ਪੂਰਨ ਫੇਥ ਹੈ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਤੇ ਸਾਡੇ ਕਾਰਡੀਅਸ ਦੇ ਜਨੂਨ ਦੇ ਨਾਲ ਕਿ ਅਸੀਂ 13 ਦੀਆਂ 13 ਪਾਰਲੀਮੈਂਟ ਸੀਟਾਂ ਤੇ ਲੜਾਂਗੇ ਤੇ ਜਿੱਤ ਹਾਸਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸਾਰਿਆਂ ਦੀ ਮਿਹਰਬਾਨੀ। ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਹੁਣ ਉਹਨਾਂ ਲਈ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਰਸਤੇ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਇਹ ਕਹਿਣਾ ਸਾਡਾ ਨਹੀਂ ਬਲਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਕਾਂਗਰਸ ਪਾਰਟੀ ਦੇ ਦਰਵਾਜ਼ੇ ਮੁਕੰਮਲ ਤੌਰ ਤੇ ਬੰਦ ਹੋ ਚੁੱਕੇ ਹਨ ਤੇ ਉਹਨਾਂ ਦੀ ਕਾਂਗਰਸ ਦੇ ਵਿੱਚ ਹੁਣ ਕੋਈ ਥਾਂ ਨਹੀਂ ਹੈ। ਚਾਹੇ ਕੈਪਟਨ ਸਾਹਿਬ ਇੱਛਾ ਰੱਖਦੇ ਹੋਣ ਕਾਂਗਰਸ ਪਾਰਟੀ ਚੋਣ 'ਚ, ਪਰ ਹੁਣ ਇਹ ਦਰਵਾਜ਼ੇ ਉਹਨਾਂ ਵਾਸਤੇ ਮੁਕੰਮਲ ਬੰਦ ਹੋ ਚੁੱਕੇ ਹੈ। ਕਾਂਗਰਸ ਪਾਰਟੀ ਦਾ ਪ੍ਰਧਾਨ ਔਰ ਕਾਂਗਰਸ ਪਾਰਟੀ ਚਾਹੇਗੀ ਕੋਈ ਛੱਲੀਆਂ ਵੇਚਣ ਵਾਲਾ ਸਾਡਾ ਭਰਾ ਕਾਂਗਰਸ ਪਾਰਟੀ ਨਾਲ ਜੁੜੇ, ਮੈਂ ਉਹਨੂੰ ਜਾ ਕੇ ਸਿਰ ਝੁਕਾ ਕੇ ਮੈਂ ਤੇ ਹਰਦਿਆਲ ਕੰਬੋਜ ਜੀ ਮਿਹਨਤ ਕਰਕੇ ਲੈ ਕੇ ਆਵਾਂਗੇ, ਕਿਉਂਕਿ ਜਿਹੜੀ ਉਹਦੀ ਸਿੰਸੈਰਿਟੀ ਹੋਊਗੀ ਛੱਲੀਆਂ ਵੇਚਣ ਵਾਲੇ ਦੀ, ਉਹ ਇਹਨਾਂ ਸਰਮਾਏਦਾਰ ਤੇ ਇਹਨਾਂ ਕਾਂਗਰਸ ਪਾਰਟੀ ਨੂੰ ਲੁੱਟਣ ਵਾਲਿਆਂ ਤੋਂ ਵੱਧ ਹੋਏਗੀ। ਸੋ ਅਸੀਂ ਕਾਂਗਰਸ ਪਾਰਟੀ ਵਾਸਤੇ ਦਰਵਾਜ਼ੇ ਖੁੱਲੇ ਹੈ, ਲੇਕਿਨ ਜੇ ਕੋਈ ਛੱਲੀਆਂ ਵਾਲਾ ਭਰਾ ਵੀ ਆਵੇਗਾ ਅਸੀਂ ਉਹਨੂੰ ਹੱਥ ਜੋੜ ਕੇ ਉਹਦੇ ਪੈਰ ਧੋ ਕੇ ਉਹਨੂੰ ਵਾਪਸ ਲੈ ਕੇ ਆਵਾਂਗੇ, ਲੈਵਾਂਗੇ, ਲੇਕਿਨ ਇਹੋ ਜਿਹੇ ਲੋਕਾਂ ਨੂੰ ਨਹੀਂ। ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਲੋਕਾਂ ਦੇ ਹਾਲਾਤ ਵੱਧ ਤੋਂ ਬੱਤਰ ਬਣ ਚੁੱਕੇ ਹਨ। ਗੱਲ ਕਰਦੇ ਹਾਂ ਫਿਰੋਜ਼ਪੁਰ ਦੀ, ਜਿੱਥੇ ਕਈ ਲੋਕਾਂ ਦੇ ਘਰ ਹੜ੍ਹਾਂ ਵਿੱਚ ਰੁੜ ਗਏ ਨੇ
ਤੇ ਕਈ ਮਕਾਨ ਟੁੱਟਣ ਦੀ ਤਾਦਾਦ ਵਿੱਚ ਹਨ। ਕਿਸਾਨਾਂ ਦਾ ਵੀ ਬਹੁਤ ਹੀ ਬੁਰਾ ਹਾਲ ਹੈ। ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਹੁਣ ਹੜ੍ਹ ਦਾ ਪਾਣੀ ਘਟ ਚੁੱਕਿਆ ਹੈ, ਪਰ ਜਾਂਦਾ ਜਾਂਦਾ ਪਾਣੀ ਉਹਨਾਂ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ। ਮਿਲ ਰਿਹਾ ਵੀ ਕੁਛ ਬਚਿਆ, ਹਰ ਇੱਕ ਚੀਜ਼ ਜਿਹੜੀ ਆ ਉਹ ਬਿਲਕੁਲ ਜਿਹੜੀ ਬਰਬਾਦ ਹੋ ਚੁੱਕੀ ਆ ਪਾਣੀ ਨਾਲ। ਕਿੰਨਾ ਕੁ ਨੁਕਸਾਨ ਹੋ ਚੁੱਕਿਆ? ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਰ ਜੀ। 2 ਮਹੀਨੇ ਹੋ ਗਏ ਆ ਜਿਹੜਾ ਪਾਣੀ ਆ ਸਾਡੇ ਘਰਾਂ ਦੇ ਵਿੱਚ ਆ, ਸਾਡੇ ਅੰਦਰਾਂ ਦੇ ਵਿੱਚ ਆ, ਕੋਈ ਚੀਜ਼ ਨਹੀਂ ਬਚੀ ਕਿ ਸਾਰੀ ਗਲ ਚੁੱਕੀ ਪਾਣੀ ਦੇ ਨਾਲ। ਤੇ ਜਦੋਂ ਤੁਸੀਂ ਗਏ ਸੀ ਉਦੋਂ ਕੀ ਹਾਲਾਤ ਸੀਗੇ ਤੇ ਹੁਣ ਕੀ ਹਾਲਾਤ ਆ? ਉਹ ਅਸੀਂ ਚੰਗਾ ਭਲਾ ਵਸਦਾ ਘਰ ਹੀ ਜਿਹੜਾ ਉਹ ਛੱਡ ਕੇ ਗਏ ਸੀ, ਤੇ ਹੁਣ ਜਿਹੜਾ ਉਹ ਬਿਲਕੁਲ ਤਹਿਸ ਨਹਿਸ ਹੋ ਚੁੱਕਿਆ। ਜਦੋਂ ਅਸੀਂ ਘਰੇ ਪਰਤੇ ਆ ਤਾਂ ਵੇਖ ਕੇ ਬਹੁਤ ਬੁਰਾ ਲੱਗਿਆ। ਸਾਡੇ ਪਿੰਡ ਦੇ ਵਿੱਚ ਜਿਹੜੀ 300-400 ਕਿੱਲਾ ਏਕੜ ਜ਼ਮੀਨ ਆ ਉਹ ਬਿਲਕੁਲ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਆ। ਕੁਝ ਵੀ ਨਹੀਂ ਰਿਹਾ ਇਸ ਟਾਈਮ ਤਾਂ ਜਿਹੜੇ ਆਪਾਂ ਕਿ ਫਸਲ ਦੇ ਜਿਹੜੇ ਥੱਲੇ ਮੁੱਢ ਵੀ ਨਹੀਂ ਰਹੇ, ਤੇ ਜ਼ਮੀਨਾਂ ਵੀ ਜਿਹੜੀਆਂ ਬਹੁਤ ਖਰਾਬ ਹੋ ਚੁੱਕੀਆਂ ਨੇ। ਸਮਾਜ ਸੇਵੀ ਜਿਹੜੇ ਸੇਵਾਦਾਰ ਨੇ ਉਹ ਸਾਡੀ ਸੇਵਾ ਕਰ ਰਹੇ ਨੇ। ਕਦੇ ਸਾਨੂੰ ਤੂੜੀ ਦੇ ਜਾਂਦੇ ਆ, ਕਦੇ ਚਾਰ ਦੇ ਜਾਂਦੇ ਨੇ। ਉਹਦੇ ਨਾਲ ਸਾਡੇ ਪਸ਼ੂਆਂ ਦਾ ਗੁਜ਼ਾਰਾ ਚੱਲ ਰਿਹਾ ਹੈ। ਪਿੰਡ ਦੇ ਹਾਲਾਤ ਤਾਂ ਬਹੁਤ ਜ਼ਿਆਦਾ ਮਾੜੇ ਨੇ। ਕਈ ਵਿਚਾਰੇ ਗਰੀਬ ਐਵੇਂ ਦੇ ਆ ਵੀ ਸਿਆਲ ਕੱਟਣਾ ਬਹੁਤ ਮੁਸ਼ਕਿਲ ਆ। ਸਰਕਾਰ ਨੂੰ ਚਾਹੀਦਾ ਵਾ ਵੀ ਸਹੂਲਤ ਇਹਨਾਂ ਨੂੰ ਦੇਵੇ। ਮਕਾਨ ਜਿਨ੍ਹਾਂ ਦੇ ਡਿੱਗ ਚੁੱਕੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਵੀ ਮਕਾਨਾਂ ਦੀ ਸਹੂਲਤ ਦੇਵੇ। ਜਿਹੜੀਆਂ ਸੜਕਾਂ ਟੁੱਟੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਪ੍ਰਸ਼ਾਸਨ ਨੂੰ ਵੀ ਹਰ ਇੱਕ ਨੂੰ ਦਿੱਕਤ ਆਉਂਦੀ ਆ। ਇਹ ਜਲਦ ਤੋਂ ਜਲਦ ਬਣਾਈਆਂ ਜਾਣ। ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਬਰਕਰਾਰ ਹੈ ਤੇ ਕਈ ਮਾਵਾਂ ਦੇ ਨੌਜਵਾਨ ਮੁੰਡੇ ਕੁੜੀਆਂ ਇਸ ਨਸ਼ੇ ਨੇ ਖਾ ਲਏ। ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਸ਼ੇ ਦੇ ਕਹਿਰ ਤੇ ਨਕੇਲ ਕੱਸਣ ਲਈ ਡੀਸੀ ਦਫ਼ਤਰਾਂ ਨੂੰ ਘੇਰਿਆ ਗਿਆ, ਜਿੱਥੇ ਉਹਨਾਂ ਸਰਕਾਰਾਂ ਤੋਂ ਨਸ਼ੇ ਦੇ ਵੱਡੇ ਸੌਦਾਗਰਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਹਰ ਥਾਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰਤਾਂ, ਨੌਜਵਾਨ, ਮਜ਼ਦੂਰ, ਕਿਸਾਨ ਤੇ ਹੋਰ ਕਿਰਤੀ ਲੋਕ ਉਹ ਇਹਨਾਂ ਧਰਨਿਆਂ ਦੇ ਵਿੱਚ ਨਸ਼ਿਆਂ ਵਿਰੋਧੀ ਸਰਕਾਰ ਤੇ ਦਬਾਅ ਪਾਉਣ ਵਾਸਤੇ ਮੰਗ ਪੱਤਰ ਦੇ ਰਹੇ ਆ। ਮੌਕੇ ਦੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਪਹੁੰਚਾਉਣ ਵਾਸਤੇ ਇਹ ਜਿਹੜੇ 10,000 ਦੇ ਇਕੱਠ ਅੱਜ ਦੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਹ ਪਹਿਲਾ ਪੜਾਅ ਨਸ਼ੇ ਵਿਰੋਧੀ ਮੁਹਿੰਮ ਦਾ। ਦੂਜੇ ਪੜਾਅ ਤੇ 10 ਅਕਤੂਬਰ ਨੂੰ ਜੇ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਗੌਲਦੀ, ਜਿਹੜਾ ਸਾਨੂੰ ਪੱਕਾ ਹੀ ਪਤਾ ਵੀ ਉਹਨਾਂ ਨਹੀਂ ਗੌਲਣਾ, ਉਹ ਆਮ ਜਿਹੜੇ ਨਸ਼ਿਆਂ ਤੋਂ ਪੀੜਤ ਆ ਜਾਂ ਛੋਟੇ ਬੰਦਕ ਆ ਉਹ ਵੀ ਪੀੜਤ ਹੀ ਗਿਣਦੇ ਆ ਅਸੀਂ, ਉਹਨਾਂ ਨੂੰ ਤਾਂ ਫੜ ਕੇ ਅੰਦਰ ਕਰ ਦੂ। ਪਰ ਜਿਹੜੇ ਇਹ ਨਸ਼ਿਆਂ ਦਾ ਸਾਰਾ ਜਾਲ ਵਿਛਾਉਣ ਵਾਲੇ 4 ਕਿਸਮਾਂ ਦੇ, ਇੱਕ ਜਿਹੜੀਆਂ ਫੈਕਟਰੀਆਂ 'ਚ ਪੈਦਾ ਹੁੰਦਾ ਸਾਮਰਾਜੀ ਕਾਰਪੋਰੇਟਾਂ ਦੀਆਂ ਫੈਕਟਰੀਆਂ, ਜਿਨ੍ਹਾਂ 'ਚ ਆਪਣੇ ਦੇਸ਼ 'ਚ ਸਭ ਤੋਂ ਮੂਹਰੇ ਅਡਾਨੀ ਆ, ਉਹ ਵਿਦੇਸ਼ਾਂ ਨੂੰ ਵੀ ਬਰਾਮਦ ਕਰਦਾ, ਅਮਰੀਕਾ ਤੱਕ ਜਾਂਦਾ ਉਹਦਾ ਨਸ਼ਾ। ਇਹ ਸਿੰਥੈਟਿਕ ਨਸ਼ੇ ਆ ਜਿਹੜੇ ਫੈਕਟਰੀਆਂ 'ਚ ਬਣਦੇ ਆ, ਇਹ ਅਫੀਮ ਪੋਸਟ ਤੋਂ ਨਹੀਂ ਬਣਦੇ। ਇਸ ਕਰਕੇ ਉਹ ਮੁੱਖ ਦੁਸ਼ਮਣ ਹੈ। ਨਾਲ ਹੀ ਉਹਨਾਂ ਦੀ ਹਮਾਇਤ ਕਰਨ ਵਾਲੀਆਂ ਸਰਕਾਰਾਂ ਜਿਹੜੀਆਂ ਸਿੰਥੈਟਿਕ ਨਸ਼ੇ ਬਣਾਉਣ ਵਾਲੀਆਂ ਦਵਾਈਆਂ ਨੂੰ ਪ੍ਰਵਾਨਗੀ ਦਿੰਦੀਆਂ, ਜਿਹੜਿਆਂ ਨੂੰ ਬਿਲਕੁਲ ਪ੍ਰਵਾਨਗੀ ਨਹੀਂ ਸੀਗੀ ਸਾਡੇ ਦੇਸ਼ ਦੇ ਵਿੱਚ, ਇਹ ਮੋਦੀ ਸਰਕਾਰ ਨੇ ਇਹੋ ਜਿਹੀਆਂ ਦਵਾਈਆਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਤੋਂ ਸਿੰਥੈਟਿਕ ਨਸ਼ੇ ਨਿਰੀਆਂ ਜ਼ਹਿਰਾਂ ਬਣਦੇ ਹੈਗੇ ਆ। ਇਸ ਕਰਕੇ ਸਰਕਾਰਾਂ ਉੱਗੇ ਸਿਆਸਤਦਾਨ, ਚਾਹੇ ਉਹ ਮੁੱਖ ਮੰਤਰੀ ਹੋਣ ਚਾਹੇ ਪ੍ਰਧਾਨ ਮੰਤਰੀ ਹੋਣ, ਤੇ ਨਾਲ ਹੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ, ਤੇ ਨਾਲ ਹੀ ਵੱਡੇ ਵੱਡੇ ਸਮਗਲਰ, ਇਹ ਚੌਹਾਂ ਦੀ ਚੰਡਾਲ ਚੌਂਕੜੀ ਹੈ ਜਿਹੜੀ, ਇਹ ਲੋਕਾਂ ਦੀ ਦੁਸ਼ਮਣ ਹੈ ਜਿਹਨੇ ਜਾਲ ਫੈਲਾਇਆ। ਸਾਡੇ ਬੱਚੇ ਤਾਂ ਇਸ ਜਾਲ ਦੇ ਵਿੱਚ ਫਸਦੇ ਆ, ਉਹ ਦੋਸ਼ੀ ਨਹੀਂ ਹੈ। ਨਾ ਹੀ ਛੋਟੇ ਵੰਡਕ ਪਿੰਡਾਂ 'ਚ ਘਰ ਘਰ ਪਹੁੰਚਾਉਣ ਵਾਲੇ ਉਹ ਦੋਸ਼ੀ ਆ। ਇਸ ਕਰਕੇ ਉਹਨਾਂ ਦਾ ਤਾਂ ਅਸੀਂ ਇਲਾਜ, ਉਹਨਾਂ ਦਾ ਸੁਧਾਰ, ਉਹਨਾਂ ਨੂੰ ਪ੍ਰੇਰਨਾ ਰਾਹੀਂ ਹਟਾਵਾਂਗੇ ਤੇ ਦੁਸ਼ਮਣਾਂ ਦੇ ਨਾਲ ਗਲ ਵੱਢਵੀਂ ਲੜਾਈ ਚਲਾਵਾਂਗੇ। ਜਿਹੜੀ ਚੰਡਾਲ ਚੌਂਕੜੀ ਆ ਉਹਦੀ ਖਾਤਰ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਬਹੁਤ ਵੱਡੀ ਲਹਿਰ ਬਣਾਉਣ ਦੀ ਲੋੜ ਹੈ। ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਾਰਨ ਅਕਸਰ ਚਰਚਾ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਜਲੰਧਰ ਤੋਂ ਹੈ, ਜਿੱਥੇ ਇੱਕ ASI ਨੇ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ਵਿੱਚ ਸੜਕ ਉੱਤੇ ਕਈ ਗੱਡੀਆਂ ਠੋਕ ਦਿੱਤੀਆਂ। ਜਾਣਕਾਰੀ ਮੁਤਾਬਿਕ ਪੁਲਿਸ ਵਾਲੇ ਨੇ ਪਹਿਲਾਂ ਇੱਕ ਡਾਕਟਰ ਦੀ ਗੱਡੀ ਅਤੇ ਫਿਰ ਕਈ ਹੋਰ ਗੱਡੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਜਦੋਂ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ੇ ਵਿੱਚ ਟੱਲੀ ਇਹ ਵਰਦੀ ਵਾਲਾ ਉਹਨਾਂ ਨਾਲ ਬਦਤਮੀਜ਼ੀ ਕਰਨ ਲੱਗਿਆ ਅਤੇ ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ,
ਜੋ ਕਿ ਇਸ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ। मीटिंग शुरू की है नीचे से जो पहले गाड़ी इंचार्ज हैं और जो होटल का मैनेजर था वो ऊपर हमारे मीटिंग रूम में आए कि आप 9279 गाड़ी खींची है जी। तो फिर नीचे जाके मैंने देखा कि जो मेरी गाड़ी है उसका ड्राइवर साइड का बैक डोर और जो फेंडर है वो बिल्कुल टूटा पड़ा। उसके बाद हम नीचे आए तो ये जो पुलिस वाले लोग हैं पहले ये पुलिस मुलाजिम को पकड़ के बैठे थे जी कि जिस आदमी ने ये गाड़ी ठोकी है तो ये सेड की वी विल टेक नेसेसरी एक्शन जी। तो उसके बाद तो जस्टिफाई कि वक्री आदमी ने कोई नशा किया नहीं किया जी। तो वी रिक्वेस्टेड द पुलिस पर्सन ऑन द स्पॉट कि आप इसका ब्लड सैंपल और बाकी सारे टेस्ट सिविल हॉस्पिटल जाने करें। कौन सी गाड़ी में था वो? पुलिस की जो गाड़ी वो सरकारी गाड़ी ओके नहीं उसकी अपनी गाड़ी थी, उसने पुलिस की गाड़ी में भी गाड़ी ठोकी। ओके मैं कि वो खुद पुलिस वाला मेरी गाड़ी में ठोकी जी। फिर पुलिस की गाड़ी की जो स्कॉर्पियो उनकी वो जो तफ्तीश करते हैं रात को जी उस गाड़ी में भी ठोका। टोटल कितनी गाड़ियों को हिट किया उन्होंने? देखो ये 2 गाड़ी तो मेरे को पता, बाकी 3-4 गाड़ी करें और ਗੱਡੀ ਹਿੱਟ ਪਾਜੀ ਰੋਕ ਲਓ ਕਹਿੰਦੇ ਤੁਹਾਡੀ ਵੀ ਗੱਡੀ ਹਿੱਟ ਕੀਤੀ ਕਹਿੰਦੇ ਪੁਲਿਸ ਤੋਂ ਜਿਹੜੀ ਆ ਅਸੀਂ ਤਾਂ ਮੌਕੇ ਤੇ ਫੜ ਲਿਆ ਸਰ ਪੱਤਰਕਾਰ ਦੇ ਉੱਤੇ ਹੱਥ ਜਿਹੜੇ ਚੱਕਣ ਦੇ ਨੇ ਕਿੰਨੀਆਂ ਗੱਡੀਆਂ ਫੜੀਆਂ ਕਿੰਨੀਆਂ ਗੱਡੀਆਂ ਭੰਨੀਆਂ ਨੇ? 4 ਗੱਡੀਆਂ ਠੋਕੀਆਂ ਸਰ ਨੇ, 4 ਜਿਹੜੀ ਸਾਡੇ ਤੋਂ ਜਾਣਕਾਰੀ ਹੈ ਪਾਜੀ ਰੋਕ ਲਓ ਸਰ। ਇੱਕ ਗੱਡੀ ਹਿੱਟ ਹੋਈ ਆ ਉਹਨੂੰ ਬੁਲਾ ਰਹੇ ਆਪਾਂ ਹਰਚਰਨ ਜੀ। ਸਰ ਤੁਹਾਡੀ ਗੱਡੀ ਦੇ ਉੱਤੇ ਵੀ ਇਸ ਬੰਦੇ ਵੱਲੋਂ ਜਿਹੜੀ ਆ ਗੱਡੀ ਹਿੱਟ ਕੀਤੀ ਗਈ ਹੈ, ਸਰਕਾਰੀ ਗੱਡੀ ਨੂੰ ਹਿੱਟ ਕਰਕੇ ਉੱਥੋਂ ਦੌੜਨ ਮੈਡੀਕਲ ਕਰਾ ਲਿਆ ਰਹੀ ਕਾਰਵਾਈ। ਦੇਸ਼ ਭਰ ਵਿੱਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਚੋਣਾਂ ਇੱਕੋ ਸਮੇਂ ਦੇ ਸੰਕਲਪ ਨੂੰ ਲੈ ਕੇ ਹੰਗਾਮੇ ਦਰਮਿਆਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਕਮਿਸ਼ਨ ਕਾਨੂੰਨੀ ਵਿਵਸਥਾਵਾਂ ਅਨੁਸਾਰ ਚੋਣਾਂ ਕਰਵਾਉਣ ਲਈ ਤਿਆਰ ਹੈ। ਕੁਮਾਰ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੀਆਂ ਤਿਆਰੀਆਂ ਤੇ ਆਯੋਜਿਤ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਾਨੂੰਨੀ ਪ੍ਰਕਿਰਿਆਵਾਂ ਸੰਵਿਧਾਨ ਅਤੇ ਆਰਪੀ ਐਕਟ ਦੇ ਮੁਤਾਬਿਕ ਸਾਡੇ ਕੋਲ ਚੋਣਾਂ ਕਰਵਾਉਣ ਦਾ ਅਧਿਕਾਰ ਹੈ ਅਤੇ ਅਸੀਂ ਤਿਆਰ ਹਾਂ। ਦੂਜੇ ਪਾਸੇ ਮੁਸਲਿਮ ਲੀਡਰ ਅਸਦੁਦੀਨ ओवैसी ने चोण कमीशन ਦੇ ਇਹਨਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ है। आयोग का स्थापना आर्टिकल 324 में आप सब जानते हुए भी, और हमारा कार्य चुनाव डिलीवर करना है समय से पहले। तो वो समय निर्धारित किया है, वो समय संविधान में और आरपी एक्ट में प्रोवाइडेड है। तो आर्टिकल 83(2) कहता है कि 5 years would be the term of the parliament, 5 years being counted from the first date of the sitting of the house. And इसी के corresponding section 14 of the RP Act tells us कि हम 6 months में पहले इसको अनाउंस कर सकते हैं। So a combination of section 14 along with article 1882 read with article 324 mandates us to deliver election as provided in the constitution and the RP Act. Similar situation, mirror situation exists for the state assemblies. तो जो भी मतलब वो section 15 and section 172(1) is exactly same for the state assemblies. जो भी 5 साल का समय है उसके 6 महीने के पहले हम अनाउंस कर सकते हैं। तो जैसे आपका समय मैंने बताया कि खत्म होने वाला है, उसके लिए हम 6 महीने पहले यहाँ आपके सामने है। तो जो कानूनी प्रक्रिया है, जो कॉन्स्टिट्यूशन में प्रोवाइडेड है, जो आरपी एक्ट में प्रोवाइडेड है, जो एक्सटेंट लीगल प्रोविजन है, उसके अनुसार हम हमेशा इलेक्शन कराने के लिए हमारी मैंडेट है और हम तैयार हैं। ये सवाल उठ रहा है कि क्या वन नेशन वन इलेक्शन होगा। ये नहीं हो सकता है, ये भारत के संविधान के खिलाफ होगा, क्योंकि फेडरलिज्म भारत के संविधान के बेसिक स्ट्रक्चर का हिस्सा है। और दूसरी बात यह है कि बीजेपी के पास राज्यसभा मेजॉरिटी नहीं है। तीसरी बात उसमें यह निकलेगी कि बहुत से अपोजिशन रूल्ड स्टेट्स हैं जो इस बात को कबूल नहीं करेंगे, क्योंकि कर्नाटक में हालिया इलेक्शन हुआ, क्यों दूसरे स्टेट्स करेंगे। तो वन नेशन वन इलेक्शन मेरे लगता है कि अनकॉन्स्टिट्यूशनल होगा, फेडरलिज्म के खिलाफ होगा, वो बेसिक स्ट्रक्चर का हिस्सा है। ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਵਿੱਚ ਹੋਣ ਜਾ ਰਹੇ G20 ਸੰਮੇਲਨ ਦਾ ਹਿੱਸਾ ਨਹੀਂ ਬਣਨਗੇ, ਜਿਸ ਕਾਰਨ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਰੋਵਿੰਦਰ ਸਚਦੇਵਾ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਚੀਨ ਭਾਰਤ ਨਾਲ ਸਰਹੱਦੀ ਮਸਲੇ
ਹੱਲ ਨਹੀਂ ਕਰਨਾ ਚਾਹੁੰਦਾ, ਜਿਸ ਕਾਰਨ ਉਹਨਾਂ ਨੇ ਇਸ सम्मेलन ਵਿੱਚ शामिल ਹੋਣ ਦਾ प्रोग्राम रद्द कर ਦਿੱਤਾ ਹੋਵੇਗਾ। शी जिनपिंग का ना आना, उसके कुछ कारण हो सकते हैं, उनके अंदरूनी कारण भी हो सकते हैं अपने देश के अंदर, क्या पता कुछ पॉलिटिकल या उनकी हेल्थ का भी हो। परंतु अगर हम डिप्लोमेटिक या जियोपॉलिटिकल एंगल से देखें तो ये कारण हो सकता है कि चाइना को भारत की G20 की सक्सेस वारा नहीं खा रही है। देखिए अभी हाल ही में ब्रिक्स हुआ था, वो चाइना का शो था, मैनेज बाय चाइना था ज़्यादा, हालांकि भारत उस पर इक्वल पार्टनर है। वो सक्सेस हुआ, ठीक है। अब G20 का जो प्रोग्राम है पूरा, ये भारत का शो है एक तरह से, राइट। तो अगर ये पूरा सक्सेसफुल, ज़्यादा रिसाउंडिंग सक्सेस होता है तो चाइना को तो डेफिनेटली थोड़ा पेट में दर्द होता है। तो एक वो कारण हो सकता है कि G20 थोड़ा फीका पड़े। दूसरा ये भी हो सकता है कि शी जिनपिंग या चाइना इंडिकेट कर रहा है भारत से नाराजगी, क्योंकि भारत ने बहुत ही स्ट्रांगली अपने ये जो इन्होंने नया मैप इशू करा था उसको लेकर भारत ने बहुत स्ट्रांग प्रोटेस्ट करी थी। तो हो सकता है चाइना और शी जिनपिंग उसको लेके नाराजगी भी जता रहे हो भारत की तरफ। तो तीसरा ये भी हो सकता है वो अवॉइड कर रहे हैं भारत में मोदी के साथ एक बायलैटरल मीटिंग, क्योंकि अगर वो यहाँ आते तो मोदी और शी जिनपिंग की एक बायलैटरल मीटिंग होनी बनती थी, और चाइना बॉर्डर इशू सॉल्व नहीं करना चाहता तो वो बायलैटरल मीटिंग अवॉइड कर रहा है। चौथा रीजन ये भी हो सकता है कि वो बाइडन से भी बायलैटरल मीटिंग अवॉइड कर रहे हैं, क्योंकि एस्टिमेट था कि बाइडन के साथ शी जिनपिंग का एक बायलैटरल होगा जो करीब 1 साल भर से पेंडिंग है। तो बाइडन से भी या तो वो अवॉइड कर रहे हैं या बाइडन को इग्नोर कर रहे हैं। तो इन सब रीजंस का मिला जुला कारण है जो शी जिनपिंग नहीं आ रही शायद। ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੁਨੀਆ ਦੇ ਮਹਾਨ ਯੋਧੇ ਹੋਏ ਨੇ। ਬੇਸ਼ੱਕ ਭਾਰਤ ਵਿੱਚ ਬਹੁ ਗਿਣਤੀ ਵਾਲੀ ਸਰਕਾਰ ਨੇ ਹਮੇਸ਼ਾ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਲੱਖ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਸੱਚ ਕਦੇ ਛੁਪਦਾ ਨਹੀਂ। ਖੈਰ, ਗੱਲ ਕਰਦੇ ਹਾਂ ਅਮਰੀਕਾ ਦੀ ਟੀਮ ਡੈਲਸ ਕਾਊਬॉयਜ਼ ਦੀ, ਜਿਸ ਨੇ ਆਪਣੀ ਟੀਮ ਦੀ ਵਰਦੀ ਵਿੱਚ ਸਿੱਖ ਸੱਭਿਆਚਾਰਕ ਗਹਿਰਾਈ ਨੂੰ ਜੋੜਦੇ ਹੋਏ ਸਿੱਖ ਖਾਲਸਾ ਯੋਧੇ ਹਰੀ ਸਿੰਘ ਨਲਵਾ ਨੂੰ ਪ੍ਰਦਰਸ਼ਿਤ ਕੀਤਾ ਹੈ। ਟੀਮ ਦੇ ਮਿਸ਼ਨ ਵਿੱਚ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਦੀ ਇੱਕ ਪਰਤ ਜੋੜਦੇ ਹੋਏ ਸਰਦਾਰ ਹਰੀ ਸਿੰਘ ਨਲਵਾ ਦੀਆਂ ਤਸਵੀਰ ਵਾਲੀਆਂ ਸਵੈਟਸ਼ਰਟਾਂ ਖਿਡਾਰੀਆਂ ਨੂੰ ਵੰਡੀਆਂ ਗਈਆਂ। ਇਸ ਖਬਰ ਵਿੱਚ ਅਸੀਂ ਕਾਊਬॉयਜ਼ ਟੀਮ ਦੇ ਇੰਟਰਵਿਊ ਦਾ ਇੱਕ ਛੋਟਾ ਜਿਹਾ ਭਾਗ ਜੋੜ ਰਹੇ ਹਾਂ, ਜਿਸ ਵਿੱਚ ਉਹਨਾਂ ਸਿੱਖ ਯੋਧਿਆਂ ਬਾਰੇ ਗੱਲਬਾਤ ਕੀਤੀ ਹੈ। Christy, there's some questions circulating on Twitter, and I knew you would dig to the bottom of this for us. Because there's a little warrior symbol that's on the mural outside the locker room, like you said, and then on the hoodies that were given to the guys. And the backs of the shirts. And the backs of the shirts. Yeah. What is this warrior that we're seeing everywhere? Mystery solved. All right, be our Nancy Drew for us, please, Okay. Christy. It is a guru from India from the early 1600s. It's a Sikh, and it's the double swords. And so it's, and my apologies for possibly mispronouncing this, but it's Guru Hargobind. And he is the one that constructed the immortal throne. He was became the Sikh guru at the age of 11, inheriting his father's pious legacy and the misery of the oppressed masses. And so he had this army of saint soldiers, and so they were fighting tyranny. They destroyed evil, and what was historic about it was, he welcomed soldiers from all castes, from society. But one of the players, and I don't want to say who, because I don't know if Coach would want this person sharing information from their notebook from the team meeting, but once they said, yeah, he was 11 years old, he was this guru, and he was the first to use the double swords, but yeah, it's a guru from the early 1600s in India. Wow. But see, Christy played Nancy Drew today in the locker room, and that's amazing. And then for when we're saying carpe omnia, I'll tell you what Coach told the players, because as we were leaving the scrum, I was teasing Coach McCarthy. I'm like, man, got to break out my Latin phrase book and find out how to spell this. And he says omnia. It's like Omni Hotel with an A. Omnia, that's how it's spelled. So if you're trying to tell this story to your friends and family members who are Cowboy fans, carpe omnia. ਫਿਲਹਾਲ ਪੰਜਾਬ ਨਿਊਜ਼ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।